ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਜੀ ਲਖਵਿੰਦਰ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਨਾਵਲ ਪਿੰਡ ਦਾ ਮੁੰਡਾ ਦਾ ਭਾਗ 27ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਇਸ ਤਰ੍ਹਾਂ ਡਾਕੂਮੈਂਟਰੀ ਦੀਆਂ ਵੀਡੀਓਜ਼ ਲੋਕਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਵਿਖਾਈਆਂ ਜਾਣ, ਮਨਿੰਦਰ ਨੇ ਸੁਝਾਅ ਦਿੱਤਾ। ਬਹੁਤ ਹੀ ਵਧੀਆ ਸੁਝਾਅ ਹੈ, ਪਰ ਇਹ ਡਾਕੂਮੈਂਟਰੀ ਵੀ ਤੁਸੀਂ ਹੀ ਤਿਆਰ ਕਰਵਾਓ ਮਿਸਟਰ ਮਾਨ। ਮੈਂ ਪਿਛਲਾ ਰਿਕਾਰਡ ਚੈੱਕ ਕੀਤਾ, ਤੁਹਾਡਾ ਤਜਰਬਾ ਸਾਡੀ ਸਭ ਨਾਲੋਂ ਕਿਤੇ ਵੱਧ ਹੈ, ਸਾਹਿਬ ਨੇ ਕਿਹਾ। ਸਾਹਿਬ ਨਵੇਂ ਆਏ ਸਨ। ਮਨਿੰਦਰ ਸੁਝਾਅ ਦੇ ਕੇ ਫਸ ਗਿਆ, ਪਰ ਉਸਨੇ ਇਹ ਚੈਲੰਜ ਵੀ ਕਬੂਲ ਕਰ ਲਿਆ। ਉਸਨੇ ਮਿਹਨਤ ਕਰਕੇ ਡਾਕੂਮੈਂਟਰੀ ਤਿਆਰ ਕਰ ਲਈ ਅਤੇ ਸਾਹਿਬ ਨੂੰ ਭੇਜ ਦਿੱਤੀ। ਸਾਹਿਬ ਨੇ ਡਾਕੂਮੈਂਟਰੀ ਵੇਖ ਕੇ ਫਿਰ ਮਨਿੰਦਰ ਨੂੰ ਬੁਲਾਇਆ। ਬਹੁਤ ਹੀ ਵਧੀਆ ਬਣਾਈ ਹੈ ਤੁਸੀਂ ਮਿਸਟਰ ਮਾਨ ਨੇ ਡਾਕੂਮੈਂਟਰੀ। ਬਰੀਕ ਤੋਂ ਬਰੀਕ ਗੱਲ ਦਾ ਖਿਆਲ ਰੱਖਿਆ। ਕੁਝ ਗੱਲਾਂ ਤਾਂ ਮੇਰੇ ਧਿਆਨ ਵਿੱਚ ਵੀ ਨਹੀਂ ਸਨ। ਹੁਣ ਇਸ ਨੂੰ ਇਲੈਕਸ਼ਨ ਕਮਿਸ਼ਨਰ ਕੋਲ ਮਨਜ਼ੂਰੀ ਲਈ ਭੇਜਣਾ ਹੈ। ਮਨਜ਼ੂਰੀ ਮਿਲਦੇ ਹੀ ਇਸ ਨੂੰ ਵਿਖਾਉਣੀ ਸ਼ੁਰੂ ਕਰਾਂਗੀ। ਸਾਹਿਬ ਨੇ ਮਨਿੰਦਰ ਦੀ ਪਿੱਠ ਥਪਥਪਾਈ। ਕੁਝ ਦਿਨਾਂ ਬਾਅਦ ਕੁਝ ਛੋਟੇ-ਮੋਟੇ ਬਦਲਾਅ ਕਰਨ ਦੇ ਸੁਝਾਅ ਦੇ ਕੇ ਕਮਿਸ਼ਨਰ ਨੇ ਇਸ ਨੂੰ ਵਿਖਾਉਣ ਦੀ ਇਜਾਜ਼ਤ ਦੇ ਦਿੱਤੀ। ਵੱਖ-ਵੱਖ ਤਰੀਕਿਆਂ ਨਾਲ ਇਸ ਨੂੰ ਵੋਟਰਾਂ ਤੱਕ ਪਹੁੰਚਾਇਆ ਗਿਆ। ਇਸ ਵਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਤਿਕੋਣਾ ਮੁਕਾਬਲਾ ਸੀ। ਰਿਵਾਇਤੀ ਪਾਰਟੀਆਂ ਤੋਂ ਬਿਨਾਂ ਇੱਕ ਨਵੀਂ ਪਾਰਟੀ ਨੇ ਦਸਤਕ ਦਿੱਤੀ ਸੀ, ਪਰ ਪ੍ਰਸ਼ਾਸਨ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਣਾ ਸੀ। ਇਲੈਕਸ਼ਨ ਦਾ ਪ੍ਰੋਸੈਸ ਤਾਂ ਓਨਾ ਹੀ ਹੁੰਦਾ, ਭਾਵੇਂ 3 ਪਾਰਟੀਆਂ ਹੋਣ ਭਾਵੇਂ 5 ਹੋਣ, ਪਰ ਇਸ ਵਾਰ ਵੋਟਾਂ ਦਾ ਪ੍ਰੋਸੈਸ ਥੋੜ੍ਹਾ ਲੰਬਾ ਚੱਲਿਆ। ਵੋਟਾਂ ਦਾ ਸਾਰਾ ਕੰਮ ਅਮਨ ਅਮਾਨ ਨਾਲ ਨਿਬੜ ਗਿਆ। ਪੰਜਾਬ 'ਚ ਪਿਛਲੇ 10 ਸਾਲਾਂ ਤੋਂ ਰਾਜ ਕਰ ਰਹੀ ਪਾਰਟੀ ਤੀਸਰੇ ਨੰਬਰ 'ਤੇ ਆਈ ਅਤੇ ਨਵੀਂ ਪਾਰਟੀ ਨੇ 22 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਬਣਨ ਦਾ ਮਾਣ ਹਾਸਲ ਕੀਤਾ। 75 ਸੀਟਾਂ ਜਿੱਤ ਕੇ ਦੇਸ਼ ਦੀ ਸਭ ਤੋਂ ਪੁਰਾਣੀ ਨੈਸ਼ਨਲ ਪਾਰਟੀ ਨੇ ਪੰਜਾਬ 'ਚ ਸਰਕਾਰ ਬਣਾਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਆ ਕੰਮ ਕਰਨ ਲਈ ਮਨਿੰਦਰ ਨੂੰ ਸਨਮਾਨਿਤ ਕੀਤਾ ਗਿਆ। ਮਹਿਰੀਨ ਤੇ ਗੁਰਕਮਲ ਛੁੱਟੀ ਆ ਗਏ। ਇਸ ਦੌਰਾਨ ਉਹਨਾਂ ਲੁਧਿਆਣੇ ਦੇ ਕਈ ਵੱਡੇ ਡਾਕਟਰਾਂ ਨਾਲ ਮਹਿਰੀਨ ਦਾ ਕੇਸ ਡਿਸਕਸ ਕੀਤਾ। ਉਸ ਦੇ ਕਈ ਟੈਸਟ ਕਰਵਾਏ, ਕਈ ਤਰ੍ਹਾਂ ਦੀਆਂ ਸਕੈਨਾਂ ਕਰਵਾਈਆਂ। ਮਹਿਰੀਨ ਦਾ ਬਲੱਡ ਗਰੁੱਪ O ਨੈਗੇਟਿਵ ਸੀ, ਪਰ ਕੋਈ ਵੀ ਡਾਕਟਰ ਇਸ ਨੂੰ ਅਬੋਰਸ਼ਨ ਦੀ ਵਜ੍ਹਾ ਨਹੀਂ ਮੰਨਦਾ ਸੀ। ਉਸ ਦੀਆਂ ਰਿਪੋਰਟਾਂ ਚੈੱਕ ਕਰਕੇ ਵੀ ਡਾਕਟਰਾਂ ਨੂੰ ਅਬੋਰਸ਼ਨ ਦੀ ਵਜ੍ਹਾ ਨਹੀਂ ਲੱਭ ਰਹੀ ਸੀ। ਮਹਿਰੀਨ ਕਨਸੀਵ ਕਰਨ ਤੋਂ ਬਾਅਦ ਬੇਬੀ ਨੂੰ ਲੰਮਾ ਸਮਾਂ ਆਪਣੀ ਕੁੱਖ 'ਚ ਕਿਉਂ ਨਹੀਂ ਰੱਖ ਸਕਦੀ ਸੀ। ਇਹ ਸਵਾਲ ਡਾਕਟਰਾਂ ਨੂੰ ਵੀ ਸਮਝ ਨਹੀਂ ਆ ਰਹੀ ਸੀ। ਜਿਹੜਾ ਬਹੁਤ ਹੀ ਮਸ਼ਹੂਰ ਡਾਕਟਰ ਸੀ, ਉਸਨੇ ਮਹਿਰੀਨ ਦਾ ਇੱਕ ਬਹੁਤ ਮਹਿੰਗਾ ਬਲੱਡ ਟੈਸਟ ਕਰਵਾਇਆ। ਉਸ ਟੈਸਟ ਤੋਂ ਇਹ ਪਤਾ ਲੱਗਾ ਕਿ ਮਹਿਰੀਨ ਦੇ ਖੂਨ ਅੰਦਰ ਸਰੀਰ ਨੂੰ ਬਾਹਰਲੀਆਂ ਬਿਮਾਰੀਆਂ ਤੋਂ ਬਚਾਉਣ ਵਾਲੇ ਸੈੱਲਾਂ ਦੀ ਗਿਣਤੀ ਬਹੁਤ ਘੱਟ ਹੈ। ਉਹ ਬਾਹਰਲੀ ਕਿਸੇ ਵੀ ਚੀਜ਼ ਨੂੰ ਸਰੀਰ ਵਿੱਚ ਜ਼ਿਆਦਾ ਦੇਰ ਰਹਿਣ ਨਹੀਂ ਦਿੰਦੇ ਸਨ। ਮਹਿਰੀਨ ਦਾ ਬੱਚਾ ਵੀ ਇਹਨਾਂ ਸੈੱਲਾਂ ਦਾ ਸ਼ਿਕਾਰ ਹੋ ਜਾਂਦਾ ਸੀ। ਵੈਸੇ ਤਾਂ ਇਹ ਮਹਿਰੀਨ ਦੇ ਫਾਇਦੇ ਦੀ ਗੱਲ ਹੀ ਸੀ। ਉਸਨੂੰ ਜਲਦੀ ਕਿਤੇ ਕੋਈ ਬਿਮਾਰੀ ਨਹੀਂ ਲੱਗਦੀ ਸੀ, ਪਰ ਇਸ ਮਾਮਲੇ 'ਚ ਉਹ ਸੈੱਲ ਮਹਿਰੀਨ ਲਈ ਸ਼ਰਾਬ ਬਣੇ ਸਨ। ਮੈਡੀਕਲ ਸਾਇੰਸ ਦੀ ਰਿਸਰਚ ਮੁਤਾਬਿਕ ਇਹ ਬਿਮਾਰੀ ਲੱਖ ਮਗਰ ਸਿਰਫ 3 ਬੰਦਿਆਂ ਨੂੰ ਹੁੰਦੀ ਹੈ। ਡਾਕਟਰ ਸਾਹਿਬ, ਇਸ ਦਾ ਕੋਈ ਇਲਾਜ ਵੀ ਹੈ? ਮਨਿੰਦਰ ਨੇ ਉਤਸੁਕਤਾ ਨਾਲ ਡਾਕਟਰ ਨੂੰ ਪੁੱਛਿਆ। ਪਹਿਲਾਂ ਇਸ ਦਾ ਇਲਾਜ ਸਿਰਫ ਵਿਦੇਸ਼ ਵਿੱਚ ਸੀ, ਪਰ ਅੱਜ ਕੱਲ੍ਹ ਦਿੱਲੀ ਇੱਕ ਲੇਡੀ ਡਾਕਟਰ ਹੈ, ਉਸ ਕੋਲ ਵੀ ਇਸ ਦਾ ਇਲਾਜ ਹੈ, ਪਰ ਇਲਾਜ ਬਹੁਤ ਮਹਿੰਗਾ ਹੈ, ਡਾਕਟਰ ਨੇ ਦੱਸਿਆ। ਤੁਸੀਂ ਡਾਕਟਰ ਦਾ ਪਤਾ ਦਿਓ ਜੀ, ਮਹਿੰਗੇ ਸਸਤੇ ਦੀ ਗੱਲ ਛੱਡੋ, ਮਨਿੰਦਰ ਨੇ ਕਿਹਾ, ਅਤੇ ਡਾਕਟਰ ਨੇ ਉਸ ਨੂੰ ਦਿੱਲੀ ਵਾਲੇ ਡਾਕਟਰ ਦਾ ਪਤਾ ਦੇ ਦਿੱਤਾ। ਆਪਾਂ ਇਹਨਾਂ ਦੀਆਂ ਛੁੱਟੀਆਂ 'ਚ ਉਸ ਡਾਕਟਰ ਨੂੰ ਮਿਲ ਆਉਂਦੇ ਹਾਂ। ਕਿਉਂ ਕਾਕਾ, ਤੁਹਾਡਾ ਕੀ ਖਿਆਲ ਹੈ? ਹਰਮੀਤ ਨੇ ਗੁਰਕਮਲ ਨੂੰ ਕਿਹਾ ਅਤੇ ਨਾਲ ਹੀ ਮਨਿੰਦਰ ਵੱਲ ਵੇਖਿਆ। ਹਾਂ ਮੰਮੀ, ਮੈਂ ਆਪਣੇ ਮੰਮੀ ਪਾਪਾ ਨੂੰ ਦੱਸ ਕੇ ਪ੍ਰੋਗਰਾਮ ਬਣਾ ਲੈਂਦਾ ਹਾਂ, ਗੁਰਕਮਲ ਨੇ ਕਿਹਾ। ਸ਼ਾਮ ਨੂੰ ਜਨਰਲ ਸਾਹਿਬ ਦਾ ਫੋਨ ਆ ਗਿਆ। ਸਤਿ ਸ਼੍ਰੀ ਅਕਾਲ ਭਾਅ ਜੀ, ਹੋ ਗਏ ਵਿਹਲੇ ਇਲੈਕਸ਼ਨ ਦੇ ਕੰਮ ਤੋਂ? ਮੈਂ ਤੁਹਾਨੂੰ ਰੋਜ਼ TV 'ਤੇ ਵੇਖਦਾ ਸੀ। ਤੁਸੀਂ ਬਹੁਤ ਕਮਾਲ ਦਾ ਬੋਲਦੇ ਹੋ, ਜਨਰਲ ਸਾਹਿਬ ਨੇ ਕਿਹਾ। ਥੈਂਕਸ ਜਨਰਲ ਸਾਹਿਬ। ਹਾਂਜੀ ਵਿਹਲਾ ਹੋ ਗਿਆ, ਪਰ ਇਸ ਵਾਰ ਥੋੜ੍ਹਾ ਲੰਬਾ ਚੱਲਿਆ ਕੰਮ ਮਸ਼ੀਨਾਂ ਕਰਕੇ ਜੀ, ਮਨਿੰਦਰ ਨੇ ਜਵਾਬ ਦਿੱਤਾ। ਮੈਂ ਕਹਿ ਰਿਹਾ ਸੀ ਭਾਅ ਜੀ, ਇਹ ਵਧੀਆ ਹੋ ਗਿਆ। ਕਮ ਸੇ ਕਮ ਆਪਾਂ ਨੂੰ ਮਹਿਰੀਨ ਦੀ ਪ੍ਰੋਬਲਮ ਤਾਂ ਸਮਝ ਆਈ। ਮੈਂ ਵੀ ਭੈਣ ਜੀ ਦੀ ਗੱਲ ਨਾਲ ਸਹਿਮਤ ਹਾਂ। ਆਪਾਂ ਨੂੰ ਜਲਦੀ ਜਾਣਾ ਚਾਹੀਦਾ ਡਾਕਟਰ ਨੂੰ ਮਿਲਣ। ਭਾਅ ਜੀ, ਮੈਂ ਤਾਂ ਫੋਨ ਕਰਕੇ ਉਸ ਡਾਕਟਰ ਤੋਂ ਸੋਮਵਾਰ ਦਾ ਟਾਈਮ ਵੀ ਲੈ ਲਿਆ।
ਮੈਂ ਤੇ ਮਿਸਿਸ ਤਾਂ ਬੱਚਿਆਂ ਨਾਲ ਹੀ ਜਾ ਰਹੇ ਹਾਂ। ਮੈਂ ਚਾਹੁੰਦਾ ਜੇ ਤੁਸੀਂ ਟਾਈਮ ਕੱਢ ਸਕਦੇ ਹੋ ਤਾਂ ਤੁਸੀਂ ਵੀ ਚੱਲੇ ਚਲੋ ਸਾਡੇ ਨਾਲ, ਜਨਰਲ ਸਾਹਿਬ ਨੇ ਕਿਹਾ। ਹਾਂਜੀ, ਮੈਂ ਤੁਹਾਨੂੰ ਸਲਾਹ ਕਰਕੇ ਦੱਸ ਦਿੰਦਾ ਹਾਂ ਜੀ। ਅਜੇ ਹੈਗੇ ਨੇ 2 ਦਿਨ ਆਪਣੇ ਕੋਲ। ਮਨਿੰਦਰ ਨੇ ਹਰਮੀਤ ਨੂੰ ਪੁੱਛਣਾ ਵੀ ਜ਼ਰੂਰੀ ਸਮਝਿਆ। ਹਰਮੀਤ ਤਾਂ ਪਹਿਲਾਂ ਹੀ ਤਿਆਰ ਸੀ, ਇਸ ਲਈ ਮਨਿੰਦਰ ਨੇ ਜਨਰਲ ਸਾਹਿਬ ਨੂੰ ਕਹਿ ਦਿੱਤਾ ਕਿ ਉਹ ਵੀ ਨਾਲ ਜਾਣਗੇ। ਸੋਮਵਾਰ ਨੂੰ ਮਨਿੰਦਰ, ਹਰਮੀਤ, ਜਨਰਲ ਸਾਹਿਬ, ਉਹਨਾਂ ਦੀ ਪਤਨੀ ਮਹਿਰੀਨ ਤੇ ਗੁਰਕਮਲ ਦਿੱਲੀ ਵੱਲ ਚੱਲ ਪਏ। ਉਹ ਸਭ ਡਾਕਟਰ ਨੂੰ ਮਿਲੇ। ਡਾਕਟਰ ਨੇ ਮਹਿਰੀਨ ਦੀਆਂ ਸਾਰੀਆਂ ਰਿਪੋਰਟਸ ਤੇ ਸਕੈਨਸ ਨੂੰ ਡੂੰਘਾਈ ਨਾਲ ਵੇਖਿਆ। ਮੈਂ ਬੇਟੀ ਦੇ ਕੁਝ ਟੈਸਟ ਹੋਰ ਕਰਨੇ ਨੇ ਬਲੱਡ ਦੇ। ਇਸ ਵਿਧੀ ਲਈ ਮੈਨੂੰ ਇੱਕ ਡੋਨਰ ਚਾਹੀਦਾ ਹੈ ਬਲੱਡ ਡੋਨੇਟ ਕਰਨ ਲਈ। ਉਹ ਫੈਮਿਲੀ ਮੈਂਬਰ ਹੋਵੇ, ਸ਼ਰਾਬ ਤੇ ਸਿਗਰਟ ਨਾ ਪੀਂਦਾ ਹੋਵੇ, ਉਸਨੂੰ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਕੋਈ ਹੋਰ ਐਸੀ ਕੋਈ ਬਿਮਾਰੀ ਨਾ ਹੋਵੇ ਜਿਸ ਦੀ ਉਸਨੂੰ ਰੈਗੂਲਰ ਦਵਾਈ ਖਾਣੀ ਪੈਂਦੀ ਹੋਵੇ। ਮੈਂ ਡੋਨਰ ਤੋਂ ਬਲੱਡ ਲੈ ਕੇ ਉਸਨੂੰ ਪ੍ਰੋਸੈਸ ਕਰਕੇ ਬੇਟੀ ਨੂੰ ਲਗਾਉਣਾ ਹੈ। ਇਹ ਪ੍ਰੋਸੈਸ ਹਰ 15ਵੇਂ ਦਿਨ ਹੋਵੇਗਾ ਤੇ ਕਮ ਸੇ ਕਮ 14 ਵਾਰ ਹੋਵੇਗਾ। ਇਸ ਵਾਰ ਵਿੱਚ ਇੱਕ ਵੀ ਨਾਗਾ ਨਹੀਂ ਪੈਣ ਦੇਣਾ, ਨਾ ਹੀ ਪ੍ਰੋਸੈਸ ਫਿਰ ਸ਼ੁਰੂ ਕਰਨਾ ਪਵੇਗਾ। ਡਾਕਟਰ ਨੇ ਸਾਰੀ ਗੱਲ ਡਿਟੇਲ 'ਚ ਸਮਝਾ ਦਿੱਤੀ। ਜਨਰਲ ਸਾਹਿਬ, ਉਹਨਾਂ ਦੀ ਪਤਨੀ ਗੁਰਕਮਲ ਤੇ ਹਰਮੀਤ 'ਚੋਂ ਕੋਈ ਵੀ ਡੋਨਰ ਬਣਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਸੀ। ਸਿਰਫ ਮਨਿੰਦਰ ਸੀ ਜੋ ਡੋਨਰ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ। ਡਾਕਟਰ ਨੇ ਬਤੌਰ ਡੋਨਰ ਉਸਦੇ ਵੀ ਟੈਸਟ ਕਰਨੇ ਸਨ। ਮਹਿਰੀਨ ਤੇ ਮਨਿੰਦਰ ਦੇ ਖੂਨ ਦੇ ਟੈਸਟਾਂ ਦੀ ਰਿਪੋਰਟ ਅਗਲੇ ਦਿਨ ਆਉਣੀ ਸੀ ਤੇ ਉਸ ਤੋਂ ਅਗਲੇ ਦਿਨ ਪਹਿਲਾਂ ਟ੍ਰੀਟਮੈਂਟ ਸ਼ੁਰੂ ਹੋਣਾ ਸੀ। ਇਸ ਲਈ 2 ਰਾਤਾਂ ਉਹਨਾਂ ਨੂੰ ਦਿੱਲੀ ਰੁਕਣਾ ਪੈਣਾ ਸੀ। ਮਨਿੰਦਰ ਤੇ ਹਰਮੀਤ ਚਾਹੁੰਦੇ ਸਨ ਕਿ ਸਭ ਹੋਟਲ 'ਚ ਰੁਕਦੇ ਹਾਂ, ਪਰ ਜਨਰਲ ਸਾਹਿਬ ਨੇ ਆਰਮੀ ਕੈਂਪ 'ਚ ਸਭ ਲਈ ਕਮਰੇ ਬੁੱਕ ਕਰਵਾਏ। ਆਪਣੇ ਤੇ ਮਨਿੰਦਰ ਲਈ ਤਾਂ ਉਹਨਾਂ ਨੇ ਜਨਰਲ ਰੈਂਕ ਵਾਲੇ ਕਮਰੇ ਬੁੱਕ ਕੀਤੇ, ਪਰ ਗੁਰਕਮਲ ਨੇ ਆਪਣੇ ਲਈ ਮੇਜਰ ਰੈਂਕ ਵਾਲਾ ਕਮਰਾ ਬੁੱਕ ਕੀਤਾ। ਜਨਰਲ ਵਾਲੇ ਕਮਰੇ ਤਾਂ ਕਿਸੇ ਹੋਟਲ ਦੇ ਮਹਿੰਗੇ ਫੈਮਿਲੀ ਸੂਟ ਤੋਂ ਘੱਟ ਨਹੀਂ ਸਨ। ਮੇਜਰ ਰੈਂਕ ਵਾਲਾ ਕਮਰਾ ਵੀ ਵਧੀਆ ਸੀ, ਪਰ ਉਸ ਦੇ ਮੁਕਾਬਲੇ ਨਹੀਂ ਸੀ। ਅਗਲੇ ਦਿਨ ਗੁਰਕਮਲ 3 ਲੇਡੀਜ਼ ਨੂੰ ਲੈ ਕੇ ਕਨਾਟ ਪੈਲੇਸ ਚਲਾ ਗਿਆ। ਜਨਰਲ ਸਾਹਿਬ ਨੇ ਮਨਿੰਦਰ ਨੂੰ ਆਰਮੀ ਬਾਰੇ ਡਿਟੇਲ 'ਚ ਦੱਸਿਆ ਤੇ ਮਨਿੰਦਰ ਤੋਂ ਇਲੈਕਸ਼ਨ ਪ੍ਰੋਸੈਸ ਬਾਰੇ ਡਿਟੇਲ 'ਚ ਸਮਝਿਆ। ਸ਼ਾਮ ਤੱਕ ਦੋਨਾਂ ਦੀਆਂ ਰਿਪੋਰਟਸ ਆ ਗਈਆਂ ਸਨ। ਅਗਲੇ ਦਿਨ ਪਹਿਲਾਂ ਟ੍ਰੀਟਮੈਂਟ ਸ਼ੁਰੂ ਹੋ ਗਿਆ। ਮਨਿੰਦਰ ਨੇ ਬਤੌਰ ਡੋਨਰ ਬਲੱਡ ਦਿੱਤਾ ਤੇ ਡਾਕਟਰ ਨੇ ਉਸਨੂੰ ਲੈਬ 'ਚ 2 ਘੰਟੇ ਪ੍ਰੋਸੈਸ ਕਰਨ ਤੋਂ ਬਾਅਦ ਮਹਿਰੀਨ ਦੇ ਇੰਜੈਕਟ ਕਰ ਦਿੱਤਾ। ਇਹੀ ਪ੍ਰੋਸੈਸ ਹੁਣ ਹਰ 15 ਦਿਨਾਂ ਤੋਂ ਬਿਨਾਂ ਨਾਗਾ ਪਾਈ ਹੋਣਾ ਸੀ ਤੇ 14 ਵਾਰ ਹੋਣਾ ਸੀ, ਜਾਣੀ 7 ਮਹੀਨੇ ਲੱਗਣੇ ਸਨ। 7 ਮਹੀਨੇ ਮਨਿੰਦਰ ਨੇ ਡਾਕਟਰ ਦੀ ਹਦਾਇਤ ਮੁਤਾਬਿਕ ਖਾਣਾ ਪੀਣਾ ਸੀ, ਪਰ ਮਨਿੰਦਰ ਆਪਣੀ ਬੇਟੀ ਲਈ ਸਭ ਕੁਝ ਕਰ ਸਕਦਾ ਸੀ। ਛੁੱਟੀਆਂ ਖਤਮ ਹੁੰਦੇ ਹੀ ਮਹਿਰੀਨ ਤੇ ਗੁਰਕਮਲ ਵੈਸਟ ਬੰਗਾਲ ਚਲੇ ਗਏ ਸਨ। ਗੁਰਕਮਲ ਨੇ ਫੌਜ ਦੇ ਵੱਡੇ ਅਫਸਰਾਂ ਨੂੰ ਚਿੱਠੀ ਲਿਖੀ ਕਿ ਮੇਰੀ ਪਤਨੀ ਦਾ ਟ੍ਰੀਟਮੈਂਟ ਦਿੱਲੀ ਚੱਲ ਰਿਹਾ ਹੈ, ਇਸ ਲਈ ਮੇਰੀ ਬਦਲੀ ਦਿੱਲੀ ਦੇ ਆਸ-ਪਾਸ ਕਰ ਦਿੱਤੀ ਜਾਵੇ। ਪਰ ਬਦਲੀ ਇੰਨੀ ਛੇਤੀ ਨਹੀਂ ਸੀ ਹੋਣੀ, ਇਸ ਲਈ ਟ੍ਰੀਟਮੈਂਟ ਲਈ ਹਰ 15ਵੇਂ ਦਿਨ ਮਨਿੰਦਰ ਤੇ ਹਰਮੀਤ ਲੁਧਿਆਣੇ ਤੋਂ ਮਹਿਰੀਨ ਹਵਾਈ ਸਫ਼ਰ ਰਾਹੀਂ ਵੈਸਟ ਬੰਗਾਲ ਤੋਂ ਦਿੱਲੀ ਆਉਂਦੇ। ਬਿਨਾਂ ਨਾਗਾ ਪਾਈ ਮਨਿੰਦਰ ਤੇ ਮਹਿਰੀਨ ਨੇ ਇਹ ਟ੍ਰੀਟਮੈਂਟ ਪੂਰਾ ਕੀਤਾ। ਡਾਕਟਰ ਦੀ ਸਲਾਹ ਨਾਲ ਮਹਿਰੀਨ ਨੂੰ ਚੌਥੀ ਵਾਰ ਬੱਚੇ ਦੀ ਆਸ ਹੋਈ। ਉੱਧਰ ਗੁਰਕਮਲ ਦੀ ਬਦਲੀ ਦਿੱਲੀ ਦੇ ਨੇੜੇ ਯੂਪੀ 'ਚ ਹੋ ਗਈ। ਉਸਨੇ ਆਪਣਾ ਸਮਾਨ ਸ਼ਿਫਟ ਕਰਨਾ ਸੀ, ਇਸ ਲਈ ਉਸਨੇ ਮਹਿਰੀਨ ਨੂੰ ਲੁਧਿਆਣੇ ਭੇਜ ਦਿੱਤਾ। ਪਰ ਮਹਿਰੀਨ ਨੇ ਮਨਿੰਦਰ ਦੇ ਘਰ ਰਹਿਣ ਦੀ ਇੱਛਾ ਪ੍ਰਗਟ ਕੀਤੀ, ਕਿਉਂਕਿ ਉਸਨੂੰ ਵਹਿਮ ਸੀ ਕਿ ਸ਼ਾਇਦ ਉਸਦੀ ਜਠਾਣੀ ਜਾਂ ਉਸਦੀ ਸੱਸ ਉਸਦੇ ਹੋਣ ਵਾਲੇ ਬੱਚੇ ਨੂੰ ਕੁਝ ਕਰ ਨਾ ਦੇਣ। ਜਨਰਲ ਸਾਹਿਬ ਨੇ ਕੋਈ ਇਤਰਾਜ਼ ਨਾ ਕੀਤਾ। ਹੁਣ 50 ਦਿਨਾਂ ਦੀ ਪ੍ਰੈਗਨੈਂਸੀ ਤੇ ਸਕੈਨ ਕਰਵਾਉਣੀ ਸੀ, ਤਾਂ ਜੋ ਪ੍ਰੈਗਨੈਂਸੀ ਤੇ ਬੱਚੇ ਦੀ ਮੁੱਢਲੀ ਸਥਿਤੀ ਬਾਰੇ ਪਤਾ ਚੱਲ ਸਕੇ, ਪਰ ਸਕੈਨ ਕਰਵਾਉਣ 'ਚ ਅਜੇ 15 ਦਿਨਾਂ ਤੋਂ ਉੱਪਰ ਸਨ। ਉੱਧਰ ਯੂਨੀਅਨ ਦੀਆਂ ਇਲੈਕਸ਼ਨਾਂ ਦਾ ਐਲਾਨ ਹੋ ਗਿਆ। ਇਸ ਵਾਰ ਮੁਖੀ ਨੇ ਮਨਿੰਦਰ ਦੀ ਐਗਜ਼ੈਕਟਿਵ ਦੇ 5 ਸਾਥੀਆਂ ਨੂੰ ਮਨਿੰਦਰ ਨਾਲੋਂ ਅਲੱਗ ਹੋ ਕੇ ਇਲੈਕਸ਼ਨ ਲੜਨ ਲਈ ਤਿਆਰ ਕਰ ਲਿਆ ਸੀ ਤੇ ਬਦਲੇ 'ਚ ਉਹਨਾਂ ਦੀਆਂ ਤਰੱਕੀ ਲਈ ਨਵੀਆਂ ਪੋਸਟਾਂ ਬਣਾਉਣ ਦਾ ਵਾਅਦਾ ਕੀਤਾ ਸੀ। ਉਹਨਾਂ ਸਾਥੀਆਂ ਨੇ ਮਨਿੰਦਰ ਨੂੰ ਵੀ ਕਈ ਵਾਰ ਕਿਹਾ ਸੀ ਕਿ ਨਵੀਆਂ ਪੋਸਟਾਂ ਬਣਵਾ ਕੇ ਉਹਨਾਂ ਨੂੰ ਕਲਾਸ 1 ਬਣਾ ਦਿਓ, ਪਰ ਮਨਿੰਦਰ ਦੀ ਦਲੀਲ ਸੀ ਕਿ ਕਲਾਸ 1 ਦੀ ਇੱਕ ਪੋਸਟ ਬਣਾਉਣ ਲਈ 10 ਛੋਟੀਆਂ ਪੋਸਟਾਂ ਦੀ ਕੁਰਬਾਨੀ ਦੇਣੀ ਪੈਣੀ ਹੈ, ਜੋ ਜਾਇਜ਼ ਨਹੀਂ। ਉਹਨਾਂ ਦੀਆਂ 5 ਪੋਸਟਾਂ ਲਈ 50 ਪੋਸਟਾਂ ਖਤਮ ਕਰਵਾਉਣ ਲਈ ਮਨਿੰਦਰ ਕਦੇ ਵੀ ਤਿਆਰ ਨਹੀਂ ਸੀ। ਵੈਸੇ ਵੀ ਮਨਿੰਦਰ ਨਿੱਜੀ ਕੰਮਾਂ ਦੇ ਖਿਲਾਫ ਸੀ।
ਉਸਨੇ ਆਪ ਇੱਕ ਵੀ ਤਰੱਕੀ ਨਹੀਂ ਸੀ ਲਈ। ਇਸ ਲਈ ਉਸਨੇ ਆਪਣੇ ਸਾਥੀਆਂ ਦੀ ਗੱਲ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਗੁੱਸੇ ਕਾਰਨ ਤੇ ਮੁਖੀ ਦੀ ਚੱਕ 'ਚ ਆ ਕੇ ਉਹਨਾਂ ਨੇ ਮਨਿੰਦਰ ਤੋਂ ਅਲੱਗ ਹੋ ਕੇ ਨਵਾਂ ਗਰੁੱਪ ਬਣਾ ਕੇ ਯੂਨੀਅਨ ਦੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ। ਉਹਨਾਂ ਨੂੰ ਵੀ ਪਤਾ ਸੀ ਕਿ ਉਹਨਾਂ ਨੇ ਜਿੱਤਣਾ ਤਾਂ ਹੈ ਨਹੀਂ, ਪਰ ਉਹ ਜਿੱਤਣ ਲਈ ਨਹੀਂ, ਮਨਿੰਦਰ ਨੂੰ ਹਰਾਉਣ ਲਈ ਮੈਦਾਨ 'ਚ ਆਏ ਸਨ। ਇਹ ਸਾਰੀ ਚਾਲ ਮੁਖੀ ਦੀ ਸੀ। ਮਨਿੰਦਰ ਦੀ ਇਹ ਆਖਰੀ ਇਲੈਕਸ਼ਨ ਸੀ। ਭਾਵੇਂ ਉਸਦੀ ਰਿਟਾਇਰਮੈਂਟ 'ਚ ਅਜੇ 4 ਸਾਲ ਸਨ, ਪਰ ਯੂਨੀਅਨ ਦੇ ਸੰਵਿਧਾਨ ਮੁਤਾਬਿਕ ਪ੍ਰਧਾਨ ਦਾ ਇਲੈਕਸ਼ਨ ਲੜਨ ਵਾਲੇ ਉਮੀਦਵਾਰ ਕੋਲ ਘੱਟੋ ਘੱਟ 25 ਮਹੀਨਿਆਂ ਦੀ ਨੌਕਰੀ ਹੋਣੀ ਜ਼ਰੂਰੀ ਸੀ। ਪਰ ਅਗਲੇ ਇਲੈਕਸ਼ਨ ਵੇਲੇ ਮਨਿੰਦਰ ਕੋਲ 24 ਮਹੀਨੇ ਹੀ ਬਚਣੇ ਸਨ। ਇਸ ਲਈ ਇਹ ਉਸਦੀ ਆਖਰੀ ਇਲੈਕਸ਼ਨ ਸੀ। ਮੁਖੀ ਦੀ ਚਾਲ ਕਾਮਯਾਬ ਹੋ ਗਈ। ਮਨਿੰਦਰ ਤੋਂ ਅਲੱਗ ਹੋਏ ਸਾਥੀਆਂ ਨੂੰ ਸਿਰਫ 130 ਵੋਟਾਂ ਹੀ ਪਈਆਂ, ਪਰ ਉਹ ਮਨਿੰਦਰ ਨੂੰ ਹਰਾਉਣ 'ਚ ਕਾਮਯਾਬ ਹੋ ਗਏ। ਮਨਿੰਦਰ ਤੇ ਉਸਦੀ ਟੀਮ 10 ਵੋਟਾਂ ਦੇ ਫਰਕ ਨਾਲ ਹਾਰ ਗਈ। ਸਾਰੀ ਯੂਨੀਵਰਸਿਟੀ 'ਚ ਹਾਹਾਕਾਰ ਮਚ ਗਈ। ਮੁਲਾਜ਼ਮਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਮਨਿੰਦਰ ਹਾਰ ਗਿਆ। ਜਿੱਤਣ ਵਾਲੇ ਗਰੁੱਪ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਉਹ ਜਿੱਤ ਗਿਆ। 10 ਸਾਲ ਯੂਨੀਅਨ ਦੀ ਪ੍ਰਧਾਨਗੀ ਕਰਨ ਵਾਲਾ ਮਨਿੰਦਰ ਆਪਣੀ ਆਖਰੀ ਇਲੈਕਸ਼ਨ ਹਾਰ ਗਿਆ। ਉਸਨੇ ਸਮਝ ਲਿਆ ਸੀ ਉਸਦਾ ਸੂਰਜ ਹੁਣ ਪੱਛਮ ਵੱਲ ਵਧ ਰਿਹਾ। ਮਨਿੰਦਰ ਨੂੰ ਇਲੈਕਸ਼ਨ ਹਾਰਨ ਦਾ ਕੋਈ ਦੁੱਖ ਨਹੀਂ ਸੀ। ਹੁਣ ਉਹ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਂਦਾ। ਉਸਨੂੰ ਆਪਣੀ ਬੇਟੀ ਦੀ ਜ਼ਿਆਦਾ ਫਿਕਰ ਸੀ। ਦੁੱਖ ਉਸਨੂੰ ਉਸ ਵਕਤ ਹੋਇਆ ਜਦੋਂ ਇਸ ਵਾਰ ਵੀ 50 ਦਿਨਾਂ ਦੀ ਪ੍ਰੈਗਨੈਂਸੀ ਤੱਕ ਵੀ ਬੱਚੇ ਦੀ ਧੜਕਣ ਨਾ ਆਈ ਤੇ ਚੌਥੀ ਵਾਰ ਫਿਰ ਅਬੋਰਸ਼ਨ ਕਰਨਾ ਪਿਆ। ਇਸ ਵਾਰ ਮਨਿੰਦਰ ਬਿਲਕੁਲ ਟੁੱਟ ਗਿਆ ਸੀ। ਜਨਰਲ ਸਾਹਿਬ ਉਹਨਾਂ ਦੀ ਪਤਨੀ ਆਪਣੀ ਨੂੰਹ ਮਹਿਰੀਨ ਨੂੰ ਹੌਸਲਾ ਦੇਣ ਲਈ ਆਏ, ਕਿਉਂਕਿ ਮਹਿਰੀਨ ਇਸ ਵਾਰ ਮਨਿੰਦਰ ਹੋਰਾਂ ਕੋਲ ਹੀ ਸੀ। ਲੇਡੀਜ਼ ਤਾਂ ਅੰਦਰ ਸਨ, ਪਰ ਜਨਰਲ ਸਾਹਿਬ ਤੇ ਮਨਿੰਦਰ ਬਾਹਰ ਆ ਗਏ। ਮਨਿੰਦਰ ਜਨਰਲ ਸਾਹਿਬ ਨੂੰ ਉੱਪਰ ਲੈ ਗਿਆ। ਜਨਰਲ ਸਾਹਿਬ, ਆਪਾਂ ਨੂੰ ਹੁਣ ਵਾਰ-ਵਾਰ ਇਹ ਨਹੀਂ ਕਰਨਾ ਚਾਹੀਦਾ। 4 ਸਾਲਾਂ 'ਚ ਐਨੇ ਅਬੋਰਸ਼ਨ ਕੋਈ ਛੋਟੀ ਗੱਲ ਨਹੀਂ। ਆਪਾਂ ਨੂੰ ਮੰਨ ਲੈਣਾ ਚਾਹੀਦਾ ਕਿ ਮਹਿਰੀਨ ਦੇ ਵਚਨ ਨਹੀਂ ਹੋ ਸਕਦਾ। ਮੈਂ ਆਪਣੀ ਬੱਚੀ ਨੂੰ ਹੋਰ ਤਕਲੀਫ 'ਚ ਨਹੀਂ ਦੇਖ ਸਕਦਾ, ਮਨਿੰਦਰ ਨੇ ਜਨਰਲ ਸਾਹਿਬ ਨੂੰ ਕਿਹਾ। ਉਹ ਹਰ ਵਾਰ ਬੱਚੀ ਨੂੰ ਰੋਂਦਾ ਨਹੀਂ ਸੀ ਵੇਖ ਸਕਦਾ। ਮੈਂ ਵੀ ਇਹੋ ਸੋਚਦਾ ਭਾਜੀ। ਬੱਚਿਆਂ ਨੂੰ ਸਮਝਾਉਂਦੇ ਹਾਂ, ਪਰ ਇਹਨਾਂ ਲਈ ਬੱਚਾ ਵੀ ਤਾਂ ਜ਼ਰੂਰੀ ਹੈ ਨਾ ਭਾਜੀ, ਜਨਰਲ ਸਾਹਿਬ ਨੇ ਕਿਹਾ। ਮੈਂ ਸਹਿਮਤ ਹਾਂ ਤੁਹਾਡੇ ਨਾਲ ਇਸ ਗੱਲ ਲਈ। ਫਿਰ ਤਾਂ ਆਪਣੇ ਕੋਲ ਇੱਕ ਹੀ ਆਪਸ਼ਨ ਹੈ ਜਨਰਲ ਸਾਹਿਬ, ਮਨਿੰਦਰ ਨੇ ਕਿਹਾ। ਮੈਂ ਸਮਝਿਆ ਨਹੀਂ ਭਾਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਨਰਲ ਸਾਹਿਬ ਨੇ ਹੈਰਾਨ ਹੋ ਕੇ ਪੁੱਛਿਆ। ਜਨਰਲ ਸਾਹਿਬ, ਆਪਾਂ ਇਹਨਾਂ ਨੂੰ ਬੱਚਾ ਗੋਦ ਲੈ ਕੇ ਦੇ ਸਕਦੇ ਹਾਂ ਜੀ, ਮਨਿੰਦਰ ਨੇ ਕਿਹਾ। ਨਹੀਂ ਨਹੀਂ ਭਾਜੀ, ਇਹ ਬਹੁਤ ਬਾਤ ਦੀ ਗੱਲ ਹੈ, ਜਨਰਲ ਸਾਹਿਬ ਨੇ ਸਾਫ਼ ਜਵਾਬ ਦੇ ਦਿੱਤਾ। ਪਰ ਜਨਰਲ ਸਾਹਿਬ, ਮੈਂ ਉਸ ਦਾ ਦੁੱਖ ਨਹੀਂ ਦੇ ਸਕਦਾ। ਮੇਰੇ ਕੋਲ ਤਾਂ ਸਿਰਫ ਇਹੋ ਇੱਕ ਰਾਹ ਹੈ ਤੇ ਤੁਹਾਡੇ ਕੋਲ ਦੂਸਰਾ ਇੱਕ ਰਾਹ ਹੋਰ ਹੈ, ਮਨਿੰਦਰ ਨੇ ਕਿਹਾ। ਮੇਰੇ ਕੋਲ ਦੂਸਰਾ ਰਾਹ ਕਿਹੜਾ ਹੈ? ਜਨਰਲ ਸਾਹਿਬ ਨੇ ਫਿਰ ਹੈਰਾਨ ਹੋ ਕੇ ਪੁੱਛਿਆ। ਤੁਸੀਂ ਬੇਟੇ ਦਾ ਹੋਰ ਵਿਆਹ ਕਰ ਸਕਦੇ ਹੋ, ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਨਹੀਂ ਚਾਹੁੰਦਾ ਮੇਰੀ ਬੇਟੀ ਕਰਕੇ ਗੁਰਕਮਲ ਤੇ ਤੁਸੀਂ ਵੀ ਬੱਚੇ ਤੋਂ ਵਾਂਝੇ ਰਹੋ। ਇੰਨਾ ਮਨਿੰਦਰ ਕਹਿ ਕੇ ਰੋ ਪਿਆ। ਉਸਨੇ ਦਿਲ 'ਤੇ ਪੱਥਰ ਰੱਖ ਕੇ ਗੱਲ ਆਖੀ। ਮਾਨ ਸਾਹਿਬ, ਤੁਸੀਂ ਇਹ ਕੀ ਕਹਿਤਾ? ਤੁਸੀਂ ਇਹ ਸੋਚਿਆ ਹੀ ਕਿਉਂ ਕਿ ਸਾਥੋਂ ਕੋਈ ਗਲਤੀ ਹੋ ਗਈ ਜਾਂ ਮੇਰੇ ਕਿਸੇ ਫੈਮਿਲੀ ਮੈਂਬਰ ਨੇ ਕੁਝ ਕਿਹਾ ਤੁਹਾਨੂੰ? ਬਸ ਇੰਨਾ ਕਹਿ ਕੇ ਉਹ ਵੀ ਮਨਿੰਦਰ ਦੀ ਗੱਲ ਲਾ ਕੇ ਰੋਣ ਲੱਗ ਗਏ। ਨਹੀਂ ਨਹੀਂ ਜਨਰਲ ਸਾਹਿਬ, ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ, ਇਹ ਸਿਰਫ ਮੇਰੀ ਹੀ ਸੋਚ ਹੈ, ਮਨਿੰਦਰ ਨੇ ਕਿਹਾ। ਕਾਫੀ ਦੁੱਖ ਭਰਿਆ ਮਾਹੌਲ ਸੀ। ਜਨਰਲ ਸਾਹਿਬ ਆਪਣੀ ਪਤਨੀ ਤੇ ਨੂੰਹ ਨੂੰ ਲੈ ਕੇ ਚਲੇ ਗਏ, ਪਰ ਉਹ ਕੁਝ ਸਮੇਂ 'ਚ ਹੀ ਵਾਪਸ ਆ ਗਏ। ਮੈਂ ਰਸਤੇ 'ਚ ਇਸ ਨੂੰ ਦੱਸਿਆ ਵੀ ਭਾਜੀ ਨੇ ਮੈਨੂੰ ਇਸ ਤਰ੍ਹਾਂ ਕਿਹਾ ਤਾਂ ਇਹ ਵੀ ਰੋਣ ਲੱਗ ਗਈ ਤੇ ਕਹਿੰਦੀ ਗੱਡੀ ਮੋੜੋ ਤੇ ਵਾਪਸ ਘਰ ਚੱਲੋ, ਮੈਂ ਵੀਰ ਜੀ ਨਾਲ ਗੱਲ ਕਰਨੀ ਆ। ਤਾਂ ਅਸੀਂ ਵਾਪਸ ਆਏ ਹਾਂ, ਜਨਰਲ ਸਾਹਿਬ ਨੇ ਕਿਹਾ। ਵੀਰ ਜੀ ਪਲੀਜ਼ ਅੱਜ ਤੋਂ ਬਾਅਦ ਤੁਸੀਂ ਇਹ ਗੱਲ ਨਹੀਂ ਕਰਨੀ। ਮਹਿਰੀਨ ਤੁਹਾਡੀ ਨਹੀਂ ਸਾਡੀ ਬੇਟੀ ਹੈ, ਜਨਰਲ ਸਾਹਿਬ ਦੀ ਮਿਸਿਜ਼ ਨੇ ਭਾਵੁਕ ਹੁੰਦੇ ਕਿਹਾ। ਮਨਿੰਦਰ ਨੇ ਰੋਂਦੇ ਰੋਂਦੇ ਨੇ ਹਾਮੀ ਭਰੀ। ਗੁਰਕਮਲ ਨੇ ਸਮਾਨ ਸ਼ਿਫਟ ਕਰ ਲਿਆ ਸੀ ਤੇ ਉਹ ਮਹਿਰੀਨ ਨੂੰ ਨਾਲ ਲੈ ਗਿਆ। ਉਹਨਾਂ ਦੀ ਪੋਸਟਿੰਗ ਲੁਧਿਆਣੇ ਤੋਂ ਸਿਰਫ ਇੰਨੀ ਦੂਰ ਸੀ ਕਿ ਉਹ ਕਾਰ 'ਤੇ 4 ਘੰਟਿਆਂ 'ਚ ਪਹੁੰਚ ਸਕਦੇ ਸਨ। ਸਭ ਦੀ ਜ਼ਿੰਦਗੀ ਆਮ ਵਾਂਗ ਹੋ ਗਈ। ਜਨਰਲ ਸਾਹਿਬ ਦੇ ਮਿਸਿਜ਼ ਬਿਮਾਰ ਹੋ ਗਏ। ਸ਼ੂਗਰ ਤਾਂ ਉਹਨਾਂ ਨੂੰ ਪਹਿਲਾਂ ਹੀ ਬਹੁਤ ਸੀ
ਤੇ ਹੁਣ ਦਰਦ ਵੀ ਹੋਣ ਲੱਗ ਗਿਆ। ਉਹਨਾਂ ਨੇ ਟੈਸਟ ਕਰਵਾਏ ਤਾਂ ਡਾਕਟਰ ਨੇ ਸ਼ੱਕ ਪਾ ਦਿੱਤਾ ਵੀ ਲੀਵਰ ਦੇ ਟੈਸਟ ਕਰਵਾਓ। ਲੀਵਰ ਦੇ ਟੈਸਟ ਦੀ ਰਿਪੋਰਟ ਵੇਖ ਕੇ ਸਭ ਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ। ਉਹਨਾਂ ਨੂੰ ਲੀਵਰ ਦਾ ਕੈਂਸਰ ਸੀ ਤੇ ਉਹ ਵੀ ਆਖਰੀ ਸਟੇਜ 'ਤੇ। ਡਾਕਟਰ ਮੁਤਾਬਿਕ ਉਹਨਾਂ ਦੀ ਜ਼ਿੰਦਗੀ 3 ਮਹੀਨਿਆਂ ਤੋਂ ਵੱਧ ਨਹੀਂ ਸੀ। ਗੁਰਕਮਲ ਤੇ ਮਹਿਰੀਨ ਆਪਣਾ ਦੁੱਖ ਭੁੱਲ ਕੇ ਮੰਮੀ ਦੀ ਸੇਵਾ ਵਿੱਚ ਜੁਟ ਗਏ। ਜਨਰਲ ਸਾਹਿਬ ਵੀ ਬਹੁਤ ਪਰੇਸ਼ਾਨ ਹੋ ਗਏ। ਮਨਿੰਦਰ ਨੇ ਉਹਨਾਂ ਨੂੰ ਹੌਸਲਾ ਦਿੱਤਾ। ਸਾਰਾ ਪਰਿਵਾਰ ਉਹਨਾਂ ਦੀ ਸੇਵਾ 'ਚ ਲੱਗ ਗਿਆ। ਪਰ ਬਿਮਾਰੀ ਖਤਰਨਾਕ ਸੀ, ਇਸ ਲਈ ਉਹ 6 ਮਹੀਨਿਆਂ ਤੋਂ ਵੱਧ ਸੇਵਾ ਨਾ ਕਰਵਾ ਸਕੇ ਤੇ ਵਾਹਿਗੁਰੂ ਦੇ ਚਰਨਾਂ 'ਚ ਜਾ ਨਿਵਾਜੇ। ਜਨਰਲ ਸਾਹਿਬ ਕਾਫੀ ਉਦਾਸ ਹੋ ਗਏ। ਮਨਿੰਦਰ ਨੇ ਉਹਨਾਂ ਨੂੰ ਹੌਸਲਾ ਦਿੱਤਾ। ਉਹ ਹਰ ਰੋਜ਼ ਵਾਂਗ ਹੀ ਮਨਿੰਦਰ ਨੂੰ ਮਿਲਦੇ। ਮਨਿੰਦਰ ਦੇ ਸਾਥ ਨੇ ਉਹਨਾਂ ਦਾ ਕਾਫੀ ਦੁੱਖ ਵੰਡਾਇਆ। 4 ਮਹੀਨੇ ਹੋ ਗਏ ਸਨ ਉਹਨਾਂ ਦੀ ਮੌਤ ਨੂੰ। ਗੁਰਕਮਲ ਆਪਣੀ ਡਿਊਟੀ 'ਤੇ ਜਾ ਆਇਆ, ਪਰ ਮਹਿਰੀਨ ਲੁਧਿਆਣੇ ਹੀ ਰਹੀ। ਇੱਕ ਦਿਨ ਗੁਰਕਮਲ ਤੇ ਮਹਿਰੀਨ ਨੇ ਮਨਿੰਦਰ ਅਤੇ ਹਰਮੀਤ ਨੂੰ ਦੱਸਿਆ, ਅਸੀਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਅਸੀਂ ਤੁਹਾਨੂੰ ਅਜੇ ਤੱਕ ਦੱਸਿਆ ਨਹੀਂ ਸੀ। ਮਹਿਰੀਨ ਪ੍ਰੈਗਨੈਂਟ ਹੈ। 4 ਮਹੀਨਿਆਂ ਦੀ ਪ੍ਰੈਗਨੈਂਸੀ ਹੈ। ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੱਕ ਸਭ ਠੀਕ ਹੈ, ਗੁਰਕਮਲ ਨੇ ਕਿਹਾ। ਸ਼ੁਕਰ ਹੈ ਪਰਮਾਤਮਾ ਦਾ, ਮਨਿੰਦਰ ਨੇ ਅਸਮਾਨ ਵੱਲ ਹੱਥ ਜੋੜਦਿਆਂ ਇੰਨਾ ਹੀ ਕਿਹਾ। ਪਾਪਾ, ਇਹ ਹੁਣ ਤੁਹਾਡੇ ਕੋਲ ਹੀ ਰਹੂਗੀ ਜੀ, ਗੁਰਕਮਲ ਨੇ ਕਿਹਾ। ਉਹ ਮਹਿਰੀਨ ਨੂੰ ਉਸਦੇ ਮੰਮੀ ਪਾਪਾ ਕੋਲ ਛੱਡ ਗਿਆ। ਮਹਿਰੀਨ ਨੇ 2 ਮਹੀਨਿਆਂ ਦੀ ਛੁੱਟੀ ਲੈ ਲਈ ਤੇ ਉਹ ਸਾਰਾ ਦਿਨ ਮਹਿਰੀਨ ਕੋਲ ਰਹਿੰਦਾ, ਉਸਦਾ ਦਿਲ ਲਵਾਈ ਰੱਖਦਾ, ਸਮੇਂ-ਸਮੇਂ 'ਤੇ ਡਾਕਟਰ ਨੂੰ ਵਿਖਾਉਂਦਾ। ਮਹਿਰੀਨ ਨੇ ਮਨਿੰਦਰ ਨੂੰ ਦੱਸਿਆ, ਪਾਪਾ, ਪ੍ਰੈਗਨੈਂਸੀ ਦੀ ਪੂਰਾ ਸਮਾਂ ਹੋਣ ਦਾ 40 ਹਫ਼ਤੇ ਹੈ, ਯਾਨੀ 280 ਦਿਨ, ਪਰ ਡਾਕਟਰ 36 ਹਫ਼ਤਿਆਂ ਨੂੰ ਵੀ ਠੀਕ ਗਿਣਦੇ ਹਨ, ਯਾਨੀ 252 ਦਿਨ। ਮੇਰੀ ਪ੍ਰੈਗਨੈਂਸੀ ਅਜੇ 24ਵੇਂ ਹਫ਼ਤੇ 'ਚ ਹੈ, ਮਤਲਬ 168 ਦਿਨ ਹੋਏ ਨੇ। ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ ਪਾਪਾ। ਮਹਿਰੀਨ ਸਾਰਾ ਕੁਝ ਪੜ੍ਹੀ ਬੈਠੀ ਸੀ। ਬੇਟਾ, ਵਾਹਿਗੁਰੂ ਆਪੇ ਰੱਖਿਆ ਕਰੂ, ਤੂੰ ਫਿਕਰ ਨਹੀਂ ਕਰਨਾ, ਖੁਸ਼ ਰਹਿਣਾ ਬਸ, ਮਨਿੰਦਰ ਨੇ ਉਸ ਨੂੰ ਸਮਝਾਇਆ। ਪਰ ਉਹ ਆਪ ਹਰ ਰੋਜ਼ ਦਿਨ ਗਿਣਦਾ ਵੀ ਇੰਨੇ ਦਿਨ ਹੋ ਗਏ। ਉਸਨੇ ਜਨਰਲ ਸਾਹਿਬ ਨੂੰ ਵੀ ਇਹ ਹਿਸਾਬ ਦੱਸਿਆ। ਉਹਨਾਂ ਨੇ ਵੀ ਦਿਨਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ। ਉਹ ਦੂਜੇ-ਤੀਜੇ ਦਿਨ ਮਹਿਰੀਨ ਨੂੰ ਮਿਲਣ ਆਉਂਦੀ। ਜਨਰਲ ਸਾਹਿਬ ਤੇ ਮਨਿੰਦਰ ਹੁਣ ਕੁੜਮ ਨਹੀਂ, ਸਗੋਂ ਚੰਗੇ ਦੋਸਤ ਸਨ। ਉਹ ਜਦੋਂ ਵੀ ਆਉਂਦੇ ਕਈ ਘੰਟੇ ਮਨਿੰਦਰ ਨਾਲ ਰਹਿੰਦੇ। ਪਰ 28 ਹਫ਼ਤੇ ਪੂਰੇ ਹੁੰਦੇ ਹੀ ਮਹਿਰੀਨ ਨੂੰ ਥੋੜ੍ਹੀ ਪ੍ਰੋਬਲਮ ਆਈ ਤੇ ਡਾਕਟਰ। ਬਾਕੀ ਕੱਲ੍ਹ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ। ਪੂਰਾ ਨਾਵਲ ਸੁਣਨ ਦੇ ਲਈ ਬਣੇ ਰਹੋ ਚੈਨਲ ਦੇ ਨਾਲ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ, ਤੇ ਕਮੈਂਟਸ ਰਾਹੀਂ ਦੱਸਿਆ ਕਰੋ ਕਿ ਨਾਵਲ ਕਿਵੇਂ ਲੱਗ ਰਿਹਾ ਹੈ ਤੁਹਾਨੂੰ। ਧੰਨਵਾਦ ਜੀ।